अगर बिकी तेरी दोस्ती तो पहले खरीदार हम होंगे। तुझे खबर ना होगी तेरी कीमत, पर तुझे पाकर सबसे अमीर हम होंगे। दोस्त साथ हो तो रोने में भी शान है, दोस्त ना हो तो महफिल भी शमशान है। सारा खेल दोस्ती का है मेरे दोस्त, वरना जनाजा और बारात एक ही समान है। अस्सलाम वालेकुम। तहरीक चलाओ, एमएनएम बचाओ। तहरीक चलाओ, एमएनएम बचाओ। तहरीक चलाओ, एमएनएम बचाओ। एमएनएम ਦੇ ਹੱਕ 'ਚ ਵੀ ਬੋਲੇ ਆ, एमएनएम ਦੀ ਮੁਖਾਲਫਤ 'ਚ ਵੀ ਬੋਲੇ ਆ, ਇਹਦੀਆਂ ਪਾਲਿਸੀਆਂ ਤੇ ਵੀ ਤਨਕੀਦ ਕੀਤੀ ਹੈ। ਇਹਦੀ ਮੈਨੇਜਮੈਂਟ ਠੀਕ ਨਹੀਂ ਸੀ, ਅਸੀਂ ਉਸ ਤੇ ਵੀ ਗੱਲ ਕੀਤੀ ਹੈ। ਬਹੁਤ ਸਾਰੀਆਂ ਐਸੀਆਂ ਗਲਤੀਆਂ ਸਨ ਜਿਹੜੀਆਂ ਕਿ ਅਹਿਮਦ ਸਿਆਲ ਨੇ ਕੀਤੀਆਂ ਨੇ, ਜਿਹੜੀਆਂ ਉਹਦੀ ਮੈਨੇਜਮੈਂਟ ਨੇ ਕੀਤੀਆਂ ਨੇ, ਜਿਹੜੀਆਂ ਲੋਕਾਂ ਨੇ ਕੀਤੀਆਂ ਨੇ। ਉਹਨਾਂ ਸਾਰਿਆਂ ਤੇ ਅਸੀਂ ਬਹੁਤ ਹੀ ਪੋਜ਼ੀਟਿਵ ਵੀ ਗੱਲਾਂ ਕੀਤੀਆਂ ਨੇ, ਨੈਗੇਟਿਵ ਗੱਲਾਂ ਵੀ ਕੀਤੀਆਂ ਨੇ। ਲੇਕਿਨ ਇਹਨਾਂ ਸਾਰੀਆਂ ਗੱਲਾਂ ਦਾ ਨਿਚੋੜ ਜਿਹੜਾ ਕੱਢਿਆ ਮੈਂ, ਸਾਡੀ ਰਾਏ ਜਿਹੜੀ ਹੈ ਵਕਤ ਟਾਈਮ ਦੇ ਨਾਲ ਬਦਲਦੀ ਰਹੀ ਹੈ। ਹੁਣ ਆ ਕੇ ਜਿਹੜੀ ਗੱਲ ਸਾਹਮਣੇ ਅਸੀਂ ਜਿਹੜੀ ਗੱਲ ਮੈਂ ਸਮਝ ਰਿਹਾ ਕਿ ਹਾਲਾਤ ਉਦੋਂ ਨਾਰਮਲ ਹੋਣਗੇ ਜਦੋਂ ਅਹਿਮਦ ਸਿਆਲ ਬਾਹਰ ਆਏਗਾ। ਪੈਸਾ ਉਦੋਂ ਮਿਲੇਗਾ ਜਦੋਂ ਉਹਨੇ ਖੁਦ ਆ ਕੇ ਦੇਣਾ ਹੈ, ਅਦਰਵਾਈਜ਼ ਡੁੱਬਿਆ ਤਾਂ ਹੋਇਆ ਪਹਿਲੇ ਵੀ ਹੈ। ਮਤਲਬ ਇੱਕ ਚੀਜ਼ ਡੁੱਬੀ ਹੋਈ ਤਾਂ ਪਹਿਲੇ ਵੀ ਹੈ, ਤਰੀ ਪਹਿਲੇ ਵੀ ਕੋਈ ਨਹੀਂ ਸੀ। ਤੇ ਜੇ ਅਗਰ ਉਹ ਬਾਹਰ ਆ ਜਾਏਗਾ, ਨਹੀਂ ਦੇਗਾ, ਤਾਂ ਗੱਲ ਫਿਰ ਵੀ ਉੱਥੇ ਹੀ ਰਹਿ ਜਾਣੀ। ਤੇ ਕਿਉਂ ਨਾ ਇੱਕ ਕੋਸ਼ਿਸ਼ ਇਸੇ ਦੀ ਕਰ ਲਈਏ ਕਿ ਅਸੀਂ ਸਟਰਗਲ ਕਰੀਏ, ਕੋਸ਼ਿਸ਼ ਕਰੀਏ ਉਸ ਨੂੰ ਬਾਹਰ ਲਿਆਉਣ ਦੀ। ਹਰ ਬੰਦਾ ਆਪਣੇ ਆਪਣੇ ਸੋਰਸਿਸ ਨਾਲ, ਆਪਣੇ ਆਪਣੇ ਜ਼ਰਾਏ ਨਾਲ ਜਿੱਥੇ ਜਿਹੜਾ ਆਵਾਜ਼ ਉਠਾ ਸਕਦਾ ਉਠਾਏ, ਕਿਉਂਕਿ ਇਹ ਚੀਜ਼ ਹੁਣ ਕਲੀਅਰ ਹੋ ਚੁੱਕੀ ਹੈ ਹਰ ਬੰਦੇ ਨੂੰ, ਮੈਨੂੰ ਵੀ, ਤੁਹਾਨੂੰ ਵੀ, ਸਾਰਿਆਂ ਨੂੰ ਵੀ, ਕਿ ਡਬਲ ਸ਼ਾਹ ਕੇਸ ਸੀ, ਫਲਾਣਾ ਕੇਸ ਸੀ, ਫਲਾਣਾ ਕੇਸ ਸੀ। ਕਿ ਪੈਸੇ ਅਗਰ ਦੇ ਸਕਦੇ ਤਾਂ ਅਹਿਮਦ ਸਿਆਲ ਦੇ ਸਕਦੇ, ਅਗਰ ਨਹੀਂ ਦੇ ਸਕਦਾ ਤਾਂ ਕੋਈ ਵੀ ਨਹੀਂ ਦੇ ਸਕਦਾ। ਤਾਂ ਜਦੋਂ ਸਾਡੇ ਸਾਰਿਆਂ ਦੀ ਦਰਦ ਦਾ ਇਲਾਜ ਇੱਕੋ ਉਸ ਬੰਦੇ ਕੋਲ ਹੈ, ਤਾਂ ਕਿਉਂ ਨਾ ਉਹਦੇ ਵਾਸਤੇ ਕੋਸ਼ਿਸ਼ ਕਰੀਏ। ਹਰ ਬੰਦਾ ਆਪਣੀ ਆਪਣੀ ਜਗ੍ਹਾ ਤੇ ਆਵਾਜ਼ ਉਠਾਏ। ਅਸੀਂ ਜਿਤਨੇ ਨੈਗੇਟਿਵ ਹੋ ਗਏ ਸਾਂ, ਫਿਰ ਸਾਨੂੰ ਉਤਨਾ ਹੀ ਦੁਬਾਰਾ ਆਪੋਜ਼ਿਟ ਆਉਣਾ, ਉਹਦੇ ਪੋਜ਼ੀਟਿਵ ਹੋਣਾ, ਤੇ ਤਾਂ ਜਾ ਕੇ ਅਸੀਂ ਸਾਰੇ ਕੋਈ ਇੱਕ ਮੁਸ਼ਤਰਕਾ ਲਾਹੇ ਅਮਲ ਤੇ ਮੁਸ਼ਤਰਕਾ ਸੋਚ ਤੇ ਪਹੁੰਚਾਂਗੇ ਤੇ ਕੁਝ ਕਰਨ ਦੇ ਕਾਬਿਲ ਹੋਵਾਂਗੇ। ਹਾਲਾਤ ਐਸੇ ਆ ਚੁੱਕੇ ਨੇ ਕਿ ਜਿਹੜੇ ਲੋਕ ਸਾਨੂੰ ਨੈਗੇਟਿਵ ਕਰ ਰਹੇ ਸਨ, ਜਿਹੜੇ ਸਾਨੂੰ ਹੀ ਕਹਿ ਰਹੇ ਸਨ ਭਾਈ ਲੁੱਟੇ ਗਏ, ਪੱਟੇ ਗਏ, ਤੁਹਾਡੇ ਨਾਲ ਫਰਾਡ ਹੋ ਗਿਆ, ਸਭ ਕੁਝ ਹੋ ਗਿਆ। ਯਾਰ ਹੋ ਗਿਆ ਸਾਡੇ ਨਾਲ ਫਰਾਡ, ਇਹਦੇ ਕੋਈ ਸ਼ੱਕ ਨਹੀਂ। ਸਾਡਾ ਪੈਸਾ ਸਟਾਕਿਸਟ ਲੁੱਟ ਕੇ ਲੈ ਗਏ ਨੇ, ਸਾਡਾ ਪੈਸਾ ਬਹੁਤ ਸਾਰੇ ਲੋਕ ਲੁੱਟ ਕੇ ਲੈ ਗਏ ਨੇ, ਖਾ ਪੀ ਗਏ ਨੇ। ਲੇਕਿਨ ਕੋਈ ਥੋੜ੍ਹੀ ਬਹੁਤ ਜਿਹੜੀ ਸ਼ੈ ਮਿਲਣੀ ਹੈ ਉਹ ਅਹਿਮਦ ਸਿਆਲ ਤੋਂ ਮਿਲਣੀ ਹੈ, ਇਸ ਚੀਜ਼ ਵਿੱਚ ਵੀ ਕੋਈ ਡਾਊਟ ਨਹੀਂ ਹੈ। ਔਰ ਜਿਨ੍ਹਾਂ ਨੂੰ ਡਾਊਟ ਹੈ ਸੀ, ਜਿਹੜੇ ਇਸ ਦੇ ਅਪੋਜ਼ਿਟ ਸੋਚ ਰਹੇ ਸਨ, ਹੁਣ ਉਹ ਵੀ ਇਸੇ ਹੀ ਲਾਈਨ ਤੇ ਆ ਚੁੱਕੇ ਨੇ ਕਿ ਹਰ ਪੈਸਾ ਮਿਲਣ ਦੀ ਅਗਰ ਕੋਈ ਉਮੀਦ ਹੈ ਤਾਂ ਉਸ ਬੰਦੇ ਤੋਂ ਹੈ, ਉਸ ਤੋਂ ਇਲਾਵਾ ਕਿਸੇ ਤੋਂ ਕੋਈ ਨਹੀਂ। ਅਗਰ ਉਹ ਬੰਦਾ ਕਹਿ ਰਿਹਾ ਕਿ ਮੈਂ ਦੇਣਾ ਚਾਹ ਰਿਹਾ, ਤਾਂ ਕਿਉਂ ਨਾ ਅਸੀਂ ਥੋੜ੍ਹੀ ਬਹੁਤ ਕੋਸ਼ਿਸ਼ ਕਰ ਲਈਏ। ਯਾਰ ਅਗਰ ਉਹ ਨਹੀਂ ਦਿੰਦਾ ਤਾਂ ਕੀ ਹੋਏਗਾ, ਜੁਡੀਸ਼ੀਅਲ ਹੋ ਜਾਏਗਾ, 2 ਸਾਲ 6 ਸਾਲ 4 ਸਾਲ ਉਹਨੂੰ ਕੈਦ ਹੋ ਜਾਏਗੀ। ਉਸ ਤੋਂ ਬਾਅਦ ਉਹ ਬਾਹਰ ਆ ਜਾਏਗਾ, ਜੋ ਕੁਝ ਬਚ ਗਿਆ ਉਹ ਬਹਿ ਕੇ ਇਕੱਲਾ ਖਾਏਗਾ। ਬਾਕੀ ਜਿਹੜੇ ਲੋਕ ਜਿਨ੍ਹਾਂ ਨੇ ਪਰਚੇ ਕਰਾਏ ਸਨ, ਜਿਨ੍ਹਾਂ ਨੇ ਨੈਬ ਵਿੱਚ ਗਏ ਨੇ, ਜਿਹੜੇ ਅਦਾਲਤਾਂ 'ਚ ਗਏ ਨੇ, ਜਿਨ੍ਹਾਂ ਨੇ ਕੇਸ ਕੀਤੇ ਨੇ, ਉਹ ਦੋਸਤ ਵੀ ਘੱਟ ਕਮਾ ਗਏ ਨੇ। ਉਹਨਾਂ ਨੇ ਵੀ ਬਹੁਤ ਕੁਝ ਲੈ ਲਿਆ। ਜੋ ਉਹਨਾਂ ਨੇ ਸੋਚਿਆ ਸੀ, ਉਹਨਾਂ ਨੂੰ ਉਹਨਾਂ ਦੀ ਨੀਅਤ ਦਾ ਫਲ ਮੁਰਾਦ ਮਿਲ ਗਈ ਹੈ ਕਿ ਉਹਨਾਂ ਨੇ ਜੋ ਗੜਾ ਕੱਢਿਆ ਸੀ, ਔਰ ਉਹਦੇ 'ਚ ਮੇਰੇ ਖਿਆਲ ਉਹ ਆਪ ਹੀ ਡਿੱਗਣ ਵਾਲੇ ਨੇ। ਅਗਰ ਸਾਨੂੰ ਕੋਈ ਸ਼ੈ ਨਹੀਂ ਲੱਭੀ ਤਾਂ ਉਮੀਦ ਹੈ ਕਿ ਲੱਭੇਗੀ ਉਹਨਾਂ ਨੂੰ ਵੀ ਕੋਈ ਸ਼ੈ ਨਹੀਂ। ਹੋਰ ਉਹਨਾਂ ਵਾਸਤੇ ਅਸੀਂ ਦੁਆ ਹੀ ਕਰ ਸਕਦੇ ਹਾਂ, ਅੱਲਾਹ ਪਾਕ ਉਹਨਾਂ ਨੂੰ ਵੀ ਹਦਾਇਤ ਦੇਵੇ, ਸਾਨੂੰ ਵੀ ਹਦਾਇਤ ਦੇਵੇ, ਕਿਸੇ ਸਿੱਧੇ ਰਾਹ ਤੇ ਸਾਨੂੰ ਲਾ ਦੇਵੇ, ਤੇ ਉਸ ਰਾਹ ਤੇ ਲਾ ਦੇਵੇ ਜਿੱਥੇ ਸਾਨੂੰ ਸਾਡਾ ਮੁਰਾਦ, ਸਾਡਾ ਪੈਸਾ ਵਾਪਸ ਮਿਲ ਜਾਏ। ਅਸੀਂ ਹੋਰ ਕੁਝ ਨਹੀਂ ਕਰ ਸਕਦੇ, ਤਾਂ ਕਮ ਅਜ਼ ਕਮ ਇੱਕ ਛੋਟਾ ਜਿਹਾ ਕੰਮ ਤਾਂ ਅਸੀਂ ਕਰ ਸਕਦੇ ਹਾਂ ਨਾ। ਸਾਰੇ ਦੋਸਤ ਅਸੀਂ ਇੱਕ 2-4 ਲਫ਼ਜ਼ ਲਿਖ ਕੇ ਚੀਫ ਜਸਟਿਸ ਸਾਹਿਬ ਦੇ ਨਾਂ ਤੇ, ਚੇਅਰਮੈਨ ਨੈਬ ਦੇ ਨਾਂ ਤੇ, ਹੋਰ ਜਿਤਨੇ ਵੀ ਵੱਡੇ ਵੱਡੇ ਸਾਡੇ ਮੁਲਕ ਦੇ ਹੈ ਨੇ, ਵਜ਼ੀਰ ਆਜ਼ਮ ਦੇ ਨਾਂ, ਸਦਰ ਦੇ ਨਾਂ, ਵਜ਼ੀਰ ਆਲਾ ਦੇ ਨਾਂ, ਅਸੀਂ ਇੱਕ ਇੱਕ ਖਤ ਛੋਟਾ ਜਿਹਾ ਲਿਖ ਕੇ ਪੋਸਟ ਕਰ ਦਿਆ ਕਰੀਏ ਰੋਜ਼ ਹੀ। ਯਾਰ 5 ਰੁਪਏ ਦਾ ਆਈ ਥਿੰਕ ਲਿਫਾਫਾ ਆਉਂਦਾ ਹੈ, ਤੇ 4 ਲਫ਼ਜ਼ ਲਿਖਣੇ ਨੇ, ਕੋਈ ਨਾ ਕੋਈ ਤੇ ਕਿਸੇ ਨਾ ਕਿਸੇ ਜਗ੍ਹਾ ਤੇ ਤਾਂ ਸੁਣਵਾਈ ਹੋਏਗੀ, ਕੋਈ ਨਾ ਕੋਈ ਤੇ ਇਸ ਤੇ ਐਕਸ਼ਨ ਲਏਗਾ। ਇਨਸ਼ਾਅੱਲਾ ਜਦੋਂ ਐਕਸ਼ਨ ਕਿਸੇ ਲੈ ਲਿਆ ਤਾਂ ਸਾਡੀ ਮੰਜ਼ਿਲ ਕਰੀਬ ਆ ਜਾਣੀ ਹੈ।
ਕੋਈ ਇਹਦਾ ਹੱਲ ਨਿਕਲਦਾ ਨਜ਼ਰ ਆ ਜਾਣਾ ਇਨਸ਼ਾਅੱਲਾ। ਤੇ ਜਿਹੜੀ ਇੱਕ ਹੋਰ ਗੱਲ ਹੈ, ਦੇਖੋ ਯਾਰ ਸਾਡਾ ਪੈਸਾ ਸੀ ਨਾ ਚਲਾ ਗਿਆ, ਲੇਕਿਨ ਅਸੀਂ ਅੱਜ ਵੀ ਅਲਹਮਦੁਲਿਲਾ ਆਰਾਮ ਦੀ ਸਕੂਨ ਦੀ ਨੀਂਦ ਸੋਨੇ ਆ, ਰਜ਼ਾਈ ਲੈ ਕੇ ਸੋਨੇ ਆ। ਜਿਨ੍ਹਾਂ ਕੋਲ ਸਾਡੇ ਕਰੋੜਾਂ ਅਰਬਾਂ ਰੁਪਈਏ ਨੇ, ਅਗਰ ਅਹਿਮਦ ਸਿਆਲ ਕੋਲ ਹੈ ਤਾਂ ਉਹ ਵਿਚਾਰਾ ਕਿੱਥੇ ਪਿਆ, ਪਤਾ ਨਹੀਂ ਉਹਨੂੰ ਰਜ਼ਾਈ ਵੀ ਮਿਲਦੀ ਕਿ ਨਹੀਂ ਮਿਲਦੀ, ਪਤਾ ਨਹੀਂ ਉਹਨੂੰ ਰਾਤੀ ਸੌਣ ਵੀ ਦਿੰਦੇ ਕਿ ਨਹੀਂ ਸੌਣ ਦਿੰਦੇ, ਪਤਾ ਨਹੀਂ ਉਹਦਾ ਖਾਨਦਾਨ ਕਿੱਥੇ ਵੀ, ਉਹਦੇ ਰਿਸ਼ਤੇਦਾਰ ਕਿਸ ਅਜ਼ੀਅਤ ਤਕਲੀਫ ਨਾਲ ਗੁਜ਼ਰ ਰਹੇ ਨੇ। ਤਾਂ ਅਸਾਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰੀਏ ਕਿ ਅਸੀਂ ਲੁੱਟੇ ਹੋਏ ਵੀ ਪੁਰਸਕੂਨ ਹਾਂ, ਸਾਡੇ ਤੇ ਅੱਲਾਹ ਦਾ ਫਿਰ ਵੀ ਅਹਿਸਾਨ ਹੈ, ਕਰਮ ਹੈ। ਤੇ ਉਹ ਪੈਸੇ ਲੈ ਕੇ ਵੀ ਪਰੇਸ਼ਾਨ ਨੇ, ਉਹ ਪੈਸੇ ਲੈ ਕੇ ਵੀ ਬੇਘਰ ਨੇ, ਉਹ ਪੈਸੇ ਲੈ ਕੇ ਵੀ ਆਪਣੇ ਆਪ ਨੂੰ ਪੁਰਸਕੂਨ ਨਹੀਂ ਪਾ ਰਹੇ। ਤਾਂ ਅੱਲਾਹ ਦਾ ਕਰਮ ਕਿਹਦੇ ਤੇ ਹੈ, ਸਾਡੇ ਤੇ ਜਾਂ ਉਸ ਤੇ? ਤੇ ਦੁਆ ਕਰੋ ਅੱਲਾਹ ਪਾਕ ਉਹਨਾਂ ਨੂੰ ਹਦਾਇਤ ਵੀ ਦੇਵੇ ਤੇ ਅੱਲਾਹ ਪਾਕ ਉਹਨਾਂ ਤੇ ਆਸਾਨੀਆਂ ਵੀ ਪੈਦਾ ਕਰੇ ਔਰ ਉਹਨਾਂ ਨੂੰ ਤੌਫੀਕ ਵੀ ਦੇਵੇ ਕਿ ਜੋ ਗਲਤੀ ਕੀਤੀ ਹੈ, ਅਗਰ ਦਾਨਿਸਤਾ ਕੀਤੀ ਹੈ ਤਾਂ ਉਹਦੀ ਮਾਫੀ ਮੰਗ ਕੇ ਉਹਦਾ ਅਜ਼ਾਲਾ ਕਰਨ, ਅਗਰ ਨਾਦਾਨਿਸਤਾ ਕੀਤੀ ਹੈ ਤਾਂ ਅੱਲਾਹ ਪਾਕ ਉਸ ਨੂੰ ਕਵਰ ਕਰਨ ਦੀ ਉਹਨੂੰ ਤੌਫੀਕ ਦੇ, ਤਾਕਤ ਦੇ, ਅਸੀਂ ਉਹਦਾ ਬਾਜ਼ੂ ਬਣ ਜਾਈਏ। ਥੈਂਕ ਯੂ, ਅੱਲਾਹ ਹਾਫਿਜ਼।